ਕੇਂਦਰ ਸਰਕਾਰ ਦੇ ਨਵੇਂ ਕਾਨੂੰਨਾਂ ਨੂੰ ਲੈ ਕੇ ਲਗਾਤਾਰ ਪੰਜਾਬ ਅਤੇ ਹਰਿਆਣਾ ਦੇ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ। ਰਾਹੁਲ ਗਾਂਧੀ ਪੰਜਾਬ ਤੋਂ ਲੈ ਕੇ ਹਰਿਆਣਾ ਤੱਕ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ ਔਰ ਇਹ ਕਿਹਾ ਜਾ ਰਿਹਾ ਹੈ ਕਿ ਜਦੋਂ 2024 ਚ ਅਗਰ ਕਾਂਗਰਸ ਦੀ ਸਰਕਾਰ ਬਣੀ ਤਾਂ ਇਹ ਤਿੰਨੇ ਕਾਨੂੰਨਾਂ ਨੂੰ ਕੇਂਦਰ ਸਰਕਾਰ ਵੱਲੋਂ ਰੱਦ ਕੀਤਾ ਜਾਏਗਾ। ਪੰਜਾਬ ਦੇ ਮੁੱਖ ਮੰਤਰੀ ਮੇਰੇ ਨਾਲ ਨੇ। ਸਰ, 3 ਦਿਨ ਦਾ ਲਗਾਤਾਰ ਤੁਸੀਂ ਟਰੈਕਟਰ ਦੇ ਉੱਤੇ ਬੈਠੇ ਔਰ ਕਿਸਾਨ ਲਗਾਤਾਰ ਰੇਲਾਂ ਵੀ ਰੋਕ ਰਹੇ ਨੇ। ਕਿਸਾਨ ਲਗਾਤਾਰ ਇਹ ਵੀ ਕਹਿ ਰਹੇ ਨੇ ਕਿ ਬਿੱਲ ਜਿਹੜੇ ਨੇ ਉਹ ਵਾਪਸ ਕੀਤੇ ਜਾਣ। ਸਭ ਤੋਂ ਪਹਿਲਾਂ ਇਹ ਮੈਂ ਸਵਾਲ ਪੁੱਛਣਾ ਚਾਹੂੰਗਾ ਕਿ ਅਗਰ 5 ਕਮੀਆਂ ਦੇਖੀਆਂ ਜਾਣ ਤਾਂ ਇਸ ਨਵੇਂ ਕਾਨੂੰਨ 'ਚ 5 ਕਮੀਆਂ ਕਿਹੜੀਆਂ ਨਜ਼ਰ ਆ ਰਹੀਆਂ? ਨਹੀਂ, 5 ਕਮੀ। ਇੱਕ ਤਾਂ ਤੁਸੀਂ ਪਰਚੇਸ ਦਾ ਸਿਸਟਮ ਹੀ ਬਦਲਤਾ। ਜਿਹੜੇ ਤੁਸੀਂ ਆੜਤੀਆਂ ਨਾਲ ਬੰਦ ਕਰਤੇ, ਤੁਸੀਂ HPMC ਐਕਟ ਜਿਹੜਾ ਹੈ, APMC ਐਕਟ, ਇਹ ਖਤਮ ਕਰ ਰਹੇ ਹੋ। ਤੁਸੀਂ ਜਿਹੜਾ FCI ਕਰਦੀ ਸੀ ਪਰਚੇਸ, ਉਹ ਬੰਦ ਕਰ ਰਹੇ ਹੋ। ਤੁਸੀਂ ਇਹ ਨਹੀਂ ਸੋਚਦੇ ਲੋਕ, ਪਤਾ ਨਹੀਂ ਇਹਨਾਂ ਦੀ ਮਿਨਿਸਟਰੀ 'ਚ ਕੌਣ ਹੈ, ਕੀ ਸੋਚਦੇ ਹੈ ਔਰ ਕੌਣ ਉੱਥੇ ਦੇਖਦਾ ਹੈ। ਜਦੋਂ ਤੁਸੀਂ MSP ਕੀ ਕਰਦੇ ਸੀ ਔਰ FCI ਕਿਉਂ ਖਰੀਦ ਕਰਦੇ ਸੀ? ਹੁਣ FCI ਇੱਕ ਏਜੰਸੀ ਹੈ ਸੈਂਟਰਲ ਗਵਰਨਮੈਂਟ ਦੀ, ਉਹ ਰੱਖਦੀ ਸੀ ਜਿਹਨੂੰ ਅਸੀਂ ਅੰਨ ਦਾ ਭੰਡਾਰ ਕਹਿੰਦੇ ਹਾਂ, ਸਟੋਰੇਜ ਸਾਰੇ ਦੇਸ਼ ਦਾ ਜਿਹੜੇ ਖਰੀਦ ਕਰਦੇ ਨੇ ਮੇਜਰ ਸਰਪਲਸ ਸਟੇਟਸ, ਮੇਰਾ ਹੈ, ਹਰਿਆਣਾ ਹੈ, ਹੋਰ ਜਿਹਨੇ ਸਟੇਟਸ, ਉੱਥੋਂ ਇਹ ਕਣਕ ਝੋਨਾ ਖਰੀਦ ਕੇ ਸਾਡੀ ਏਜੰਸੀ ਰਾਹੀਂ, ਜਿਹੜੀ ਅਸੀਂ ਉਹਨਾਂ ਦੇ ਬਿਹਾਫ 'ਤੇ ਕਰਦੇ ਹਾਂ, ਜੈਸੇ ਮਾਰਕਫੈਡ ਹੋਇਆ ਜਾਂ ਸਾਡਾ ਮੰਡੀ ਬੋਰਡ ਹੋਇਆ ਜਾਂ ਸਾਡਾ ਕੋਈ ਸੀਡ ਕੋਆਪਰੇਸ਼ਨ ਹੋਇਆ, ਜੋ ਵੀ ਸਾਡੇ ਕੋਆਪਰੇਸ਼ਨ ਨੇ ਉਹਨਾਂ ਦੇ ਅਸੀਂ ਪਰਚੇਸ ਕਰਦੇ ਹਾਂ। ਕਰਕੇ ਅਸੀਂ ਔਨ ਦੇ ਬਿਹਾਫ ਆਫ ਗਵਰਨਮੈਂਟ ਆਫ ਇੰਡੀਆ FCI ਲੈਂਦੀ ਹੈ ਔਰ ਰੱਖਦੀ ਹੈ ਸਟੋਰੇਜ ਵਿੱਚ। ਫਿਰ ਜਦੋਂ ਕਦੇ ਦੇਸ਼ ਦੇ ਵਿੱਚ ਇਹਨਾਂ ਨੇ ਡਿਸਪੈਚ ਕਰਨੀ ਹੈ ਦੇ ਡਿਸਪੈਚ ਇਟ। ਜਦੋਂ ਐਤਕੀ ਕਰੋਨਾ ਹੋਇਆ ਸੀ, ਇਹਨਾਂ ਕਈ ਸੂਬੇ ਸੀ ਜਿੱਥੇ ਸ਼ਾਰਟੇਜ ਸੀ, ਉੱਥੋਂ ਟ੍ਰੇਨਾਂ ਭਰ ਕੇ ਇੱਥੋਂ ਕਣਕ ਔਰ ਚੌਲ ਲੈ ਕੇ ਗਏ ਸੀ। ਇੱਕ ਤਾਂ ਇਹ ਹੋ ਰਹੀ ਹੈ। ਉਸ ਤੋਂ ਬਾਅਦ ਫਿਰ ਤੁਹਾਡਾ PDS ਸਿਸਟਮ ਹੈ। ਹੁਣ ਇਹ ਜਿਹੜਾ ਸਟੋਰੇਜ ਆਫ ਗਵਰਨਮੈਂਟ ਆਫ ਇੰਡੀਆ ਦਾ ਗ੍ਰੇਨ ਹੈ, ਇਟ ਇਜ਼ ਥਰੂ ਦੀ FCI, ਮਿਨਿਸਟਰੀ ਆਫ ਫੂਡ ਦੇ ਕੋਲ। ਔਰ ਜਦੋਂ ਇਹ PDS ਸਿਸਟਮ ਦੈਨ ਇਹ ਉੱਥੋਂ ਕਿਸਾਨਾਂ ਨੂੰ ਜੋ ਦੇਣਾ ਸੋ ਦਿੰਦੇ ਨੇ। ਉਸ ਤੋਂ ਬਾਅਦ ਇਹਨੂੰ ਸਬਸਿਡਾਈਜ਼ ਕਰਕੇ ਉਹ ਡਿਸਟਰੀਬਿਊਟ ਕੀਤਾ ਜਾਂਦਾ ਹੈ ਗਰੀਬ ਜਨਤਾ ਵਾਸਤੇ, ਜਿੰਨੇ ਕਿਲੋ ਦੇਣਾ ਚੌਲ ਜਾਂ ਕਣਕ ਜਾਂ ਕੁਛ ਉਹਨਾਂ ਦੇ ਵਾਸਤੇ। ਹੁਣ ਅਗਰ ਤੁਸੀਂ FCI ਦਾ ਸਿਸਟਮ ਹੀ ਬੰਦ ਕਰ ਦਿਓਗੇ ਔਰ ਤੋੜ ਦਿਓਗੇ ਜੈਸੇ ਕਰਨਾ ਹੈ, who will do your purchase? Adani will buy it, और कोई इंडस्ट्रियल हाउस खरीदेंगे, वो फिर will they subsidize? ਇਹ ਕੌਣ ਸਬਸਿਡਾਈਜ਼ ਕਰੂਗਾ ਉੱਥੋਂ ਜਦ ਔਰ PDS ਸਿਸਟਮ ਕਿੱਥੋਂ ਚੱਲੂ? ਗਰੀਬ ਨੂੰ ਕਿੱਥੋਂ ਕਣਕ ਮਿਲੂਗੀ, ਚੌਲ ਕਿੱਥੋਂ ਮਿਲਣਗੇ? ਦੇ ਡੋਂਟ ਥਿੰਕ। ਹੁਣ ਇੱਕ ਪਾਸੇ ਤਾਂ ਤੁਸੀਂ ਇੱਕ ਸਿਸਟਮ ਜਿਹੜਾ 60 ਸਾਲ ਤੋਂ ਚੱਲ ਰਿਹਾ ਹੈ ਉਹ ਡਿਮੋਲਿਸ਼ਿੰਗ ਦੈਟ, ਕਿਸਾਨੀ ਦਾ ਔਰ ਆੜਤੀਆਂ ਦਾ ਜਿਹੜਾ ਰਿਸ਼ਤਾ ਹੈ ਉਹ 100 ਸਾਲ ਤੋਂ ਉੱਪਰ ਹੈ। ਇੱਥੇ ਦੀ APMC ਐਕਟ ਓਨਲੀ ਕੇਮ ਇਨ ਦ 60s। ਉਸ ਤੋਂ ਪਹਿਲਾਂ ਤਾਂ ਕੋਈ ਸਾਡੇ ਮੰਡੀਆਂ ਨਹੀਂ ਚੱਲਦੀਆਂ ਸੀ ਗਵਰਨਮੈਂਟ ਆਫ ਇੰਡੀਆ ਦੀਆਂ, ਉਹ ਤਾਂ ਬਿਕੋਜ਼ ਉਹ ਆਇਆ ਸੀ ਗ੍ਰੀਨ ਰੈਵੋਲੂਸ਼ਨ ਦੇ ਨਾਲ ਸੰਬੰਧਿਤ। ਉਸ ਤੋਂ ਪਹਿਲਾਂ ਤਾਂ ਆੜਤੀਆਂ ਦਾ ਰਿਸ਼ਤਾ ਸੀ। ਲੇਕਿਨ ਕੇਂਦਰ ਸਰਕਾਰ ਲਗਾਤਾਰ ਇੱਕ ਗੱਲ ਕਹਿ ਰਹੀ ਕਿ ਕਾਂਗਰਸ ਗੁੰਮਰਾਹ ਕਰ ਰਹੀ ਹੈ, ਕਿਸਾਨਾਂ ਦੀ ਆਮਦਨ ਦੁੱਗਣੀ ਹੋਏਗੀ, ਕਿਸਾਨਾਂ ਨੂੰ ਫਾਇਦਾ ਮਿਲੇਗਾ, ਸਿਰਫ ਔਰ ਸਿਰਫ ਕਾਂਗਰਸ ਗੁੰਮਰਾਹ ਕਰ ਰਹੀ ਹੈ। ਇਹ ਲਗਾਤਾਰ ਕੇਂਦਰ ਦੇ ਸਾਰੇ ਮੰਤਰੀ ਵੀ ਲਗਾਤਾਰ ਇਹ ਕਹਿ ਰਹੇ ਨੇ। ਉਹ ਕਹਿ ਰਹੇ ਨਾ ਤਾਂ MSP ਖਤਮ ਹੋਏਗੀ, ਨਾ ਮੰਡੀਆਂ ਖਤਮ ਹੋਣਗੀਆਂ। ਸੁਣੋ, ਅਗਰ ਇਹ ਸੀ ਤੇ ਇਹਨਾਂ ਨੇ ਬਿੱਲ ਲਿਆਏ ਨੇ ਨਾ, ਹੁਣ ਉਹ ਬਿੱਲ ਦੇ ਵਿੱਚ ਕਿਉਂ ਨਹੀਂ ਪਾਇਆ ਇਹਨਾਂ ਨੇ ਕਿ MSP will continue, FCI will continue? Why haven't they done it? ਉਹ ਕਹਿ ਰਹੇ ਕਿ ਪਹਿਲਾਂ ਵੀ ਨਹੀਂ ਲਿਖਿਆ ਸੀ, ਉਹ ਕਹਿੰਦੇ MSP ਪਹਿਲਾਂ ਵੀ ਨਹੀਂ ਲਿਖਿਆ ਸੀ। ਝੋਨਾ ਆ ਰਿਹਾ ਹੁਣ, ਇਹਦੀ ਪਰਮਿਟ ਪਰਚੇਸ ਹੋਊ, they will give MSP, ਇਹਦਾ MSP ਦੇਣਗੇ ਸਭ ਕੁਝ ਔਰ FCI ਵੀ ਬਾਈ ਕਰੂ। ਸ਼ਾਇਦ ਅਗਲੀ ਕਣਕ 'ਚ ਕਰ ਦੇਣਗੇ, ਅਗਲੇ ਝੋਨੇ 'ਚ ਨਹੀਂ ਕਰਨੀ ਕਿਉਂਕਿ ਇਲੈਕਸ਼ਨਾਂ ਆ ਗਈਆਂ, ਸਾਨੂੰ ਠੋਕਣਾ ਹੈ। ਜਦੋਂ ਚੋਣਾਂ ਆਉਣਗੀਆਂ 2022 ਚ, ਉਦੋਂ ਚੁੱਕਣੀ ਬੰਦ ਕਰ ਦੇਣਗੇ ਔਰ ਇਲਜ਼ਾਮ ਪੰਜਾਬ ਸਰਕਾਰ ਤੇ ਲੱਗਣਗੇ। 100 ਸਾਡੇ ਨਹੀਂ, ਸਾਰਿਆਂ ਦੇ। ਸਾਡਾ ਤਾਂ ਚਲੋ ਇਲੈਕਸ਼ਨ ਹੋਏਗੀ, ਬਟ ਇਟ ਕਾਂਟ ਕਿਸੇ ਇੱਕ ਸਟੇਟ ਵਿੱਚ ਤਾਂ ਤੁਸੀਂ ਜਾ ਸਕਦੇ। ਇਹ ਕਾਨੂੰਨ ਤਾਂ ਪੂਰੇ ਹਿੰਦੁਸਤਾਨ ਵਾਸਤੇ ਹੈ। ਲੇਕਿਨ ਦੇ ਵਿਲ ਇੱਕ ਹੁਣ ਕਾਨੂੰਨ ਬਣਾਤਾ ਨਾ ਤੁਸੀਂ। ਹਾਊ ਕੈਨ ਐਨੀ ਗਵਰਨਮੈਂਟ ਗੋ ਅਗੇਂਸਟ ਇਟਸ ਓਨ ਲਾਅ? ਅਗਰ ਤੁਸੀਂ ਲਾਅ ਬਦਲ ਦਿਓ ਉਹ ਵੱਖਰੀ ਗੱਲ ਹੈ, ਉਹੀ ਤਾਂ ਅਸੀਂ ਕਹਿ ਰਹੇ ਹਾਂ। ਲੇਕਿਨ ਕੇਂਦਰ ਸਰਕਾਰ ਦੇ ਮੰਤਰੀ ਕਹਿ ਰਹੇ ਕਿ ਗੱਲਬਾਤ ਕਰਨ, ਕਿਸਾਨ ਆਣ, ਅਸੀਂ ਗੱਲਬਾਤ ਕਰਨ ਲਈ ਤਿਆਰ ਹਾਂ। ਅਗਰ ਕਿਸੇ ਵੀ ਪਾਰਟੀ ਨੂੰ ਲੱਗਦਾ ਕਿ ਗੱਲਬਾਤ ਕਰਾਂਗੇ, ਕਿਸੇ ਸੋਧ ਦੀ ਜ਼ਰੂਰਤ ਪੈਂਦੀ, ਅਸੀਂ ਕਰਨ ਨੂੰ ਤਿਆਰ। ਕੀ ਸੋਧ ਲਿਆਉਂਗੇ ਅਸੀਂ? ਇਹ ਫਿਰ ਅਸੀਂ ਇਹ ਤੁਸੀਂ ਫਿਰ ਇਹਨਾਂ ਨੇ ਜਿਹੜੇ ਇਹ ਬਿੱਲ ਬਣਾਏ ਨੇ ਇਹਨਾਂ ਨੂੰ ਰੱਦ ਕਰ ਦਿਓ। ਕੌਣ ਰੋਕਦਾ ਤੁਹਾਨੂੰ ਕਰਨ ਤੋਂ? ਉਹਨਾਂ ਨੂੰ ਕਹਿ ਦਿਓ ਰੱਦ ਕਰਕੇ ਅਸੀਂ ਇੱਕ ਅਮੈਂਡਮੈਂਟ ਪਾਸ ਕਰ ਲਓ ਪਾਰਲੀਮੈਂਟ ਵਿੱਚ, ਐਂਡ ਉਹਦੇ ਵਿੱਚ ਕਹਿ ਦਿਓ ਕਿ ਅਸੀਂ ਇਸ ਨੂੰ ਰੱਦ ਕਰਦੇ ਹਾਂ ਔਰ ਅਸੀਂ MSP ਰੱਖਾਂਗੇ ਔਰ FCI ਵੀ ਚੱਲੇਗੀ। ਲੇਕਿਨ ਨਹੀਂ, ਇਹ ਹੈ ਬੇਸਡ ਔਨ ਦੀ ਸ਼ਾਂਤਾ ਕਮਿਸ਼ਨ, ਸ਼ਾਂਤਾ ਕਮੇਟੀ ਰਿਪੋर्ट, शांता कुमार ने जो रिपोर्ट आई है, जिन्होंने कहता कि ये बहुत स्ट्रेन है देश के ऊपर, FCI शुड बी शट डाउन एंड MSP शुड बी फिनिश्ड।
ਲੇਕਿਨ ਜੋ ਪ੍ਰਧਾਨ ਮੰਤਰੀ ਲਗਾਤਾਰ ਕਹਿ ਰਹੇ ਨੇ, ਮੰਤਰੀ ਕਹਿ ਰਹੇ ਨੇ MSP ਨਹੀਂ ਖਤਮ ਹੋਏਗੀ, ਮੰਡੀਆਂ ਨਹੀਂ ਖਤਮ ਹੋਣਗੀਆਂ, ਉਹਨਾਂ ਨੂੰ ਕਿਵੇਂ ਦੇਖਦੇ ਹੋ? ਉਹ ਤਾਂ ਮੈਂ ਦੇਖਦੇ ਆ, ਉਹ ਟਾਈਮ ਟਪਾਉਣਾ ਚਾਹੁੰਦੇ ਨੇ। ਆ ਜਿਹੜੇ ਰੇਲ ਰੋਕੋ ਇਹਨੂੰ ਰੋਕਣਾ ਚਾਹੁੰਦੇ ਨੇ, ਬਸ ਦੈਟਸ ਆਲ। ਹੋਰ ਕੀ ਹੈ? ਯੂ ਥਿੰਕ ਕਿ ਸੀਰੀਅਸਲੀ ਨੇ ਇਸ ਕੰਮ ਇਹ ਕਹਿ ਰਹੇ ਨੇ ਇਸ ਗੱਲ 'ਚ? ਤੁਸੀਂ ਗੱਲਬਾਤ ਕਰੋਗੇ ਕੇਂਦਰ ਸਰਕਾਰ ਦੇ ਨਾਲ, ਜਾਂ ਤੁਹਾਨੂੰ ਲੱਗਦਾ ਕਿ ਇਸ ਤਰੀਕੇ ਨਾਲ ਧਰਨੇ ਲਗਾਣੇ ਜਾਂ ਟਰੈਕਟਰ ਤੇ ਬਹਿਣਾ ਕੋਈ ਹੱਲ ਹੈ? ਮੈਂ 3 ਵਾਰ ਪ੍ਰਾਈਮ ਮਿਨਿਸਟਰ ਨੂੰ ਲਿਖ ਚੁੱਕਿਆ। ਆਈ ਹੈਵ ਟੋਲਡ ਹਿਮ ਦੀ ਹੋਲ ਸਟੇਟ ਆਫ ਅਫੇਅਰਸ। ਇਟ ਇਜ਼ ਫॉर द ਪ੍ਰਾਈਮ ਮਿਨਿਸਟਰ ਨਾਟ ਟੂ ਸੀ ਕਿ ਉਹ ਕੀ ਕਰਨਾ ਚਾਹੁੰਦੇ ਨੇ। ਬਾਰ-ਬਾਰ ਅਸੀਂ ਉਹਨਾਂ ਦੇ ਮਗਰ ਨਹੀਂ ਭੱਜਾਂਗੇ। ਤਾਂ ਹੀ ਅੱਜ ਆਵਾਜ਼ ਮੈਂ ਤਾਂ ਇਹ ਕਿਹਾ ਕਿ ਜੋ ਅੱਜ ਇੱਥੇ ਹੋ ਰਿਹਾ ਪੰਜਾਬ, ਦਿਸ ਇਜ਼ ਗੋਇੰਗ ਟੂ ਹੈਪਨ। ਮੇਰੀ ਚਿੱਠੀ ਉਹਨਾਂ ਦੇ ਕੋਲ ਗਈਆਂ ਨੇ ਵੈਲ ਬਿਫੋਰ ਐਕਟ ਪਾਸ ਹੋਇਆ, ਔਰ ਮੈਂ ਕਿਹਾ ਹੋਊਗਾ ਥੋੜਾ ਲੋਕਾਂ ਨੇ ਰੇਲਾਂ ਤੇ ਸੜਕਾਂ ਤੇ ਆ ਕੇ ਬਹਿ ਜਾਣਾ ਹੈ। ਤੁਸੀਂ ਸਮਝਦੇ ਨਹੀਂ ਕਿ ਇਹਦੀ ਕਿਆ ਅਹਿਮੀਅਤ ਹੈ ਇਸ ਐਕਟ ਦੀ। ਲੇਕਿਨ ਬੀਜੇਪੀ ਵੱਲੋਂ ਤਾਂ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਦਾ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕਰ ਰਹੀ ਹੈ। ਅਕਾਲੀ ਦਲ ਤੇ ਇਲਜ਼ਾਮ ਮਦਨ ਮੋਹਨ ਮਿੱਤਲ ਹੋਰਾਂ ਨੇ ਦਿੱਤੇ ਕਿ ਅੱਤਵਾਦ ਵਾਪਸ ਜਿਹੜਾ ਹੈ ਉਹ ਬੀਜੇਪੀ ਜੋ ਅਕਾਲੀ ਦਲ ਲਿਆਉਣਾ ਚਾਹੁੰਦੀ ਹੈ, ਬੀਜੇਪੀ ਦੇ ਲੀਡਰ ਕਿ ਫਿਰ ਮਦਨ ਮੋਹਨ ਮਿੱਤਲ ਪਹਿਲਾਂ ਨਹੀਂ ਸਮਝ ਸਕਦਾ ਸੀ ਕਿ ਕੀ ਹੋਣਾ ਇੱਥੇ? ਪੰਜਾਬ ਦਾ ਰਹਿਣਾ ਨਾ ਬੰਦਾ, ਹੀ ਹਿਮਸੈਲਫ ਨੋਜ਼। ਉਹ ਵੀ ਆਪਣੀ ਖੇਤੀ ਕਰਦੇ ਨੇ, ਉਹਨਾਂ ਨੂੰ ਪਤਾ ਨਹੀਂ ਕੀ ਅਸਰ ਹੋਣਾ ਇੱਥੇ। ਹੀ ਸ਼ੁੱਡ ਹੈਵ ਨੋਨ ਕਿ ਜਿਸ ਦਿਨ ਤੁਸੀਂ ਇਹ MSP ਚੱਕੋਗੇ, FCI ਇੱਥੇ ਝਗੜਾ ਹੋਣਾ, ਸਾਰੀ ਕਿਸਾਨੀ ਦੇ ਵਿੱਚ ਝਗੜਾ ਹੋਣਾ, ਰੋਈ ਹੋ ਰਿਹਾ। ਤਾਂ ਪੰਜਾਬ ਸਰਕਾਰ ਦਾ ਹੁਣ ਅਗਲਾ ਸਟੈਪ ਕੀ ਰਹੇਗਾ? ਤੁਹਾਨੂੰ ਲੱਗਦਾ ਹੈ ਕਿ ਇਸ ਤਰੀਕੇ ਨਾਲ 3 ਦਿਨ ਟਰੈਕਟਰ ਯਾਤਰਾ ਕੱਢ ਕੇ ਕੋਈ ਹੱਲ ਹੋ ਸਕਦਾ ਹੈ, ਜਾਂ ਅਗਲਾ ਸਟੈਪ ਕੀ ਰਹਿਣ ਵਾਲਾ? ਇਸ ਨਾਟ ਯਾਤਰਾ ਦੇ ਨਾਲ ਨਹੀਂ ਹੁੰਦਾ। ਦਿਸ ਇਜ਼ ਓਨਲੀ ਇੱਕ ਮੈਸੇਜ ਗਿਆ ਕਿ ਵਾਟ ਕਿਸਾਨ ਕੀ ਚਾਹੁੰਦੇ ਨੇ। ਹੁਣ ਇੰਨੀ ਕੜਕ ਦੀ ਧੁੱਪ ਵਿੱਚ ਹਜ਼ਾਰਾਂ ਟਰੈਕਟਰ, ਤੁਸੀਂ ਤਾਂ ਉੱਥੋਂ ਹੀ ਮੈਂ ਦੇਖਿਆ ਸੀ ਤੁਹਾਨੂੰ ਬੰਦੀ ਤੋਂ ਆਉਂਦੇ ਜੀ, 3 ਦਿਨ ਦੇ ਵਿੱਚ ਟਰੈਕਟਰ ਹੀ ਟਰੈਕਟਰ ਕਿਉਂ ਆਪਣਾ ਵੇਸਟ ਕਰਨ ਡੀਜ਼ਲ, ਔਰ ਕਿਉਂ ਆਪਣੇ ਟਰੈਕਟਰਾਂ ਨੂੰ ਖਰਾਬ ਕਰਨ? ਕਿਉਂਕਿ ਉਹ ਸਮਝਦੇ ਆ ਕਿ ਅਸੀਂ ਇਹਨਾਂ ਦੀ ਆਵਾਜ਼ ਚੱਕਾਂਗੇ, ਔਰ ਆਵਾਜ਼ ਅਸੀਂ ਚੱਕ ਰਹੇ ਹਾਂ। ਐਟ ਨੈਸ਼ਨਲ ਲੈਵਲ ਉਹ ਕਰਨਗੇ ਰਾਹੁਲ ਜੀ, ਐਟ ਸਟੇਟ ਲੈਵਲ ਅਸੀਂ ਵਿਧਾਨ ਸਭਾ 'ਚ ਜਾਵਾਂਗੇ, ਐਂਡ ਆਲਸੋ ਅਸੀਂ ਜਿੱਥੇ ਸਾਨੂੰ ਲੀਗਲ ਰਿਕੋਰਸ ਚਾਹਣਾ ਅਸੀਂ ਲੀਗਲ ਰਿਕੋਰਸ ਵੀ ਲਵਾਂਗੇ। ਹਰਦੀਪ ਸਿੰਘ ਪੁਰੀ ਔਰ ਪ੍ਰਧਾਨ ਮੰਤਰੀ ਤੱਕ ਇਹ ਕਹਿ ਰਹੇ ਨੇ ਕਿ ਜਿਸ ਟਰੈਕਟਰ ਦੀ ਪੂਜਾ ਕਿਸਾਨ ਕਰਦੇ ਨੇ ਉਸ ਨੂੰ ਅੱਗ ਲਗਾਇਆ ਜਾ ਰਿਹਾ ਹੈ, ਔਰ ਰਾਹੁਲ ਗਾਂਧੀ ਸੋਫੇ ਵਾਲੇ ਟਰੈਕਟਰ ਦੇ ਉੱਤੇ ਬੈਠੇ ਹੋਏ ਨੇ। ਹੁਣ ਇਹ ਤਾਂ ਹੁਣ ਕਮਲੀਆਂ ਗੱਲਾਂ ਕਰਨ ਦੀਆਂ, ਮੈਂ ਹੁਣ ਇਹ ਜਿਹੀ ਕਮਲੇ ਗੱਲਾਂ ਦਾ ਜਵਾਬ ਨਹੀਂ ਦੇਣਾ। ਟਰੈਕਟਰ ਅੱਗ ਲਗਾਇਆ ਜਾ ਰਿਹਾ ਵਗੈਰਾ, ਇਹ ਕਿਆ ਸੀਨੀਅਰ ਮੈਨ ਜਿਹੜਾ ਫੋਰਨ ਮਿਨਿਸਟਰ ਹੈ, ਕੰਟਰੀ ਐਂਬੈਸਡਰ ਹੈ, ਇਹ ਜਿਹੀ ਗੱਲਾਂ ਨਹੀਂ ਸ਼ੋਭਾ ਦਿੰਦੀਆਂ ਉਹਨਾਂ ਨੂੰ। ਇਹ ਜਿਹੀ ਗੱਲਾਂ ਦੇ ਸ਼ੁੱਡ ਟਾਕ ਅਬਾਊਟ ਸਮ ਸੈਂਸੀਬਲ ਥਿੰਗ ਕਿ ਕੀ ਕੋਈ ਸੁਜੈਸ਼ਨ ਦੇਣ ਕਿ ਆਹ ਸੁਜੈਸ਼ਨ ਹੈ ਸਾਡਾ। ਬਟ ਜਦੋਂ ਤੱਕ ਉੱਥੇ ਕਮੇਟੀ 'ਚ ਪਾਸ ਕਰਦੇ ਨੇ ਆਰਡੀਨੈਂਸ, ਉਦੋਂ ਤਾਂ ਸਾਰੇ ਚਾਹ ਮਨਾ ਕੇ ਖਤਮ ਕਰ ਦਿੰਦੇ ਨੇ ਔਰ ਤਾੜੀਆਂ ਵਜਾਉਂਦੇ ਨੇ। ਫਿਰ ਜਦੋਂ ਆਹ ਹੋਣ ਲੱਗ ਜਾਂਦੇ ਫਿਰ ਤੁਸੀਂ ਆਪਣੇ ਕੋਈ ਹੋਰ ਬਹਾਨੇ ਪਾਉਣ ਲੱਗ ਜਾਓਗੇ। ਫੈਕਟ ਆਫ ਦੀ ਮੈਟਰ ਇਜ਼ ਕਿ ਇਹ ਗੱਲ ਨਹੀਂ ਮੁੱਕਣੀ। ਜਦੋਂ ਦੇਖੋ ਇਹਦਾ ਅਸਰ ਪਵੇਗਾ ਸਾਡੇ ਬੱਚਿਆਂ 'ਤੇ। ਜਿਸ ਦਿਨ ਮੈਂ ਵਿਧਾਨ ਸਭਾ ਦੇ ਵਿੱਚ ਬੋਲ ਰਿਹਾ ਸੀ, ਉਸ ਦਿਨ ਜਿਹੜੀ MSP ਹੈ ਮੱਕੀ ਦੀ ਉਹ 1850 ਰੁਪਏ, ਲੇਕਿਨ ਉਸ ਦਿਨ ਹੁਸ਼ਿਆਰਪੁਰ ਦੀ ਮੰਡੀ 600 ਰੁਪਏ ਵਿਕੀ ਸੀ। ਆਈ ਹੋ ਜਦ ਖੁੱਲੀਆਂ ਮੰਡੀਆਂ ਤੁਸੀਂ ਛੱਡ ਦੋਗੇ ਔਰ ਵੱਡੇ ਇੰਡਸਟਰੀਅਲਿਸਟਾਂ ਨੂੰ ਲਿਆਓਗੇ, ਤੁਹਾਡਾ ਖਿਆਲ ਪੂਰਾ ਦੇਣਗੇ MSP ਦਾ ਪੈਸਾ? ਬਿਲਕੁਲ ਨਹੀਂ ਦੇਣਗੇ। 100% ਅਡਾਨੀ ਉਰੇ ਆ ਜਾਏ, ਜਿਹੜਾ ਮਰਜ਼ੀ ਆ ਜਾਏ, ਦੇ ਵਿਲ ਨਾਟ ਗਿਵ ਇਟ। ਫਿਰ ਜਿਹੜਾ ਮੇਰਾ 70% ਪੰਜਾਬ ਜਿਹੜਾ ਅੰਡਰ 5 ਏਕੜ ਹੈ, ਔਰ ਉਹਦੇ ਵਿੱਚੋਂ ਅੱਧੇ ਬੰਦੇ ਜਿਨ੍ਹਾਂ ਨੇ 1 ਏਕੜ 2 ਏਕੜ ਜਾਂ 2.5 ਏਕੜ ਹੈ ਜ਼ਮੀਨ, ਉਹਨਾਂ ਨੂੰ ਕੀ ਪਤਾ ਹੈ ਕਿ ਸਾਡੇ ਕੋਲ ਕਿੰਨਾ ਪੈਸਾ ਹੋਣਾ, ਅਸੀਂ ਆਪਣੇ ਬੱਚਿਆਂ ਨੂੰ ਕੈਸੇ ਰੋਟੀ ਖਵਾਵਾਂਗੇ, ਕੱਪੜਾ ਪਹਿਨਾਵਾਂਗੇ, ਇਹਨਾਂ ਨੂੰ ਪਤਾ ਹੀ ਨਹੀਂ। ਦੇ ਵਿਲ। ਔਰ ਜਦੋਂ ਬੱਚਿਆਂ ਦੀ ਗੱਲ ਆ ਜਾਏ, ਢਿੱਡ ਦੀ ਗੱਲ ਆ ਜਾਏ ਨਾ, ਫਿਰ ਕੋਈ ਸ਼ਾਂਤੀ ਪੂਰਤੀ ਨਹੀਂ ਹੁੰਦੀ ਇੱਥੇ। ਮੈਂ ਨਹੀਂ ਚਾਹੁੰਦਾ ਕਿ ਇੱਥੇ ਕੋਈ ਆਬ ਹਵਾ ਖਰਾਬ ਹੋਵੇ, ਲੇਕਿਨ ਗਵਰਨਮੈਂਟ ਆਫ ਇੰਡੀਆ ਨੂੰ ਸੋਚਣਾ ਚਾਹੀਦਾ ਸੀ ਕਿ ਇਹ ਹੋਊਗਾ ਅਗਰ ਤੁਸੀਂ ਇਹ ਕਦਮ ਪਾ ਲਿੱਤਾ। ਅਕਾਲੀ ਦਲ ਤਾਂ ਕਹਿ ਰਿਹਾ ਕਿ ਰਾਹੁਲ ਗਾਂਧੀ ਜਦੋਂ ਪਾਰਲੀਮੈਂਟ ਦੀ ਵਾਰੀ ਸੀ ਉੱਥੇ ਮੌਜੂਦ ਨਹੀਂ ਸੀ, ਕਾਂਗਰਸ ਉੱਥੇ ਮੌਜੂਦ ਨਹੀਂ ਸੀ। ਸੁਖਬੀਰ ਬਾਦਲ ਲਗਾਤਾਰ ਕਹਿ ਰਹੇ ਕਿ ਮੈਂ ਇਕੱਲਾ ਮੌਜੂਦ ਸੀਗਾ ਜਿਹਨੇ ਅਗੇਂਸਟ ਵੋਟ ਪਾਈ। ਕੌਣ ਕਹਿ? ਸੁਖਬੀਰ ਸਿੰਘ ਬਾਦਲ ਕਹਿ ਰਹੇ ਮੈਂ ਇਕੱਲਾ ਅਗੇਂਸਟ ਵੋਟ ਪਾਈ ਹੈ। ਸੁਖਬੀਰ ਸਿੰਘ ਬਾਦਲ ਨੂੰ ਕਹੋ ਉਸ ਤੋਂ ਪਹਿਲਾਂ ਸੁੱਤਾ ਪਿਆ ਸੀ ਕਿਆ? ਜਿਹੜਾ ਅਸੈਂਬਲੀ ਦੇ ਵਿੱਚ ਹੋਇਆ ਸੀ, ਆਲ ਪਾਰਟੀ ਮੀਟਿੰਗ ਹੋਈ ਸੀ, ਉਦੋਂ ਤਾਂ ਅਪੋਜ਼ ਕਰ ਰਿਹਾ ਸੀ। ਰਾਹੁਲ ਜੀ ਨੇ ਤੁਹਾਨੂੰ ਦੱਸਿਆ ਕਿਉਂ ਨਹੀਂ ਸੇ? ਕਿਉਂਕਿ ਉਹਨਾਂ ਦੇ ਮਦਰ ਬਿਮਾਰ ਸੀ, ਐਂਡ ਪ੍ਰਿਯੰਕਾ ਜੀ ਦੇ ਹਾਊਸ ਦੇ ਵਿੱਚ ਕੋਵਿਡ ਆਇਆ ਹੋਇਆ ਸੀ। ਸੋ ਉਹ ਆਪਣੀ ਮਦਰ ਨੂੰ ਅਮਰੀਕਾ ਆਪਣੀ ਟ੍ਰੀਟਮੈਂਟ ਵਾਸਤੇ ਲੈ ਕੇ ਗਏ ਸੀ। ਹੁਣ ਤੁਹਾਡਾ ਖਿਆਲ ਹੈ ਕਿ ਕੋਈ ਬੇਟਾ ਆਪਣੇ ਮਾਂ ਨੂੰ ਨਹੀਂ ਲਿਆ ਸਕਦਾ ਆਪਣੇ ਉਹਨਾਂ ਦੇ ਵਾਸਤੇ? ਇਹਨੂੰ ਤੁਸੀਂ ਬਣਾਈ ਜਾਂਦੇ ਹੋ ਇਸ਼ੂ। ਇੱਥੇ ਹੁਣ ਰਾਹੁਲ ਇਹਨੂੰ ਸੁਖਬੀਰ ਬਾਦਲ ਨੂੰ ਪੁੱਛੋ ਪਹਿਲਾਂ ਕਿ ਤੂੰ ਕਿੱਥੇ ਸੀ ਭਾਈ ਜਦੋਂ ਆਲ ਪਾਰਟੀ ਮੀਟਿੰਗ, ਕਿਉਂ ਤੂੰ ਅਪੋਜ਼ ਕੀਤੀ? ਤੂੰ ਫਿਰ ਪਾਰਲੀਮੈਂਟ ਦੇ ਵਿੱਚ ਕਿਉਂ ਬਾਈਕਾਟ ਕੀਤਾ ਸਾਡਾ ਅਸੈਂਬਲੀ ਦੇ ਵਿੱਚ? ਲੇਕਿਨ ਹੁਣ ਤਾਂ ਉਹ ਕਹਿ ਰਹੇ ਕਿ ਅਸੀਂ NDA ਅਲਾਈਅੰਸ ਤੋਂ ਬਾਹਰ ਹੋ ਗਏ, ਅਸੀਂ ਜਿਹੜਾ ਕੁਰਸੀ ਛੱਡ ਦਿੱਤੀ, ਅਸੀਂ ਕੁਰਬਾਨੀ ਦਿੱਤੀ। ਇਸ ਵਾਸਤੇ ਕੁਰਸੀ ਤਾਂ ਇਸ ਵਾਸਤੇ ਹੁਣ ਕਹਿੰਦੇ ਅਸੀਂ ਉਹ ਮਿਨਿਸਟਰ ਨੂੰ ਰਿਜ਼ਾਈਨ ਕਰਤਾ, ਬੜੀ ਤੋਪ ਚਲਾਤੀ, ਕੀ ਕਹਿੰਦੇ ਐਟਮ ਬੰਬ ਚੱਲ ਗਿਆ, ਪਤਾ ਨਹੀਂ ਕੀ ਚੱਲ ਗਿਆ, ਇਸ ਕਿਸਮ ਦਾ ਰਵਿਸ਼। ਇਹਨੂੰ ਨਹੀਂ ਪਤਾ, ਉਸ ਤੋਂ ਪਹਿਲਾਂ ਇਹਨਾਂ ਨੂੰ ਪਤਾ ਨਹੀਂ ਸੀ
ਕਿਉਂ ਨਹੀਂ ਪਹਿਲਾਂ ਛੱਡਿਆ? ਜਦੋਂ ਸਾਰਾ ਪੰਜਾਬ ਇੱਕ ਪਾਸੇ ਹੋਇਆ ਹੋਇਆ ਸੀ ਉਦੋਂ ਛੱਡ ਜਾਂਦਾ, ਉਦੋਂ ਉਹਨੇ ਆਪਣੀ ਵਾਈਫ ਨੂੰ ਉੱਥੋਂ ਵਾਪਸ ਕਰਾ ਲੈਂਦਾ। ਆਪ ਅਕਾਲੀ ਦਲ ਰੈਜ਼ੋਲੂਸ਼ਨ ਪਾ ਕੇ ਸਾਡੇ ਨਾਲ ਖੜ੍ਹਦਾ ਉੱਥੇ, ਉਦੋਂ ਤਾਂ ਖੜ੍ਹਨਾ ਨਹੀਂ। ਜਦੋਂ ਇਹਨਾਂ ਨੇ ਦੇਖਿਆ ਪੰਜਾਬ ਦੀ ਆਬ ਹਵਾ ਕਿਤੇ ਹੋਰ ਜਾ ਰਹੀ ਹੈ ਔਰ ਅਸੀਂ ਮਰ ਜਾਾਂਗੇ ਸਿਆਸੀ ਤੌਰ ਤੇ, ਤਾਂ ਇਹਨਾਂ ਨੇ ਕੀਤਾ। ਤਾਂ ਹੁਣ ਤੁਸੀਂ ਸਪੈਸ਼ਲ ਸੈਸ਼ਨ ਕਦੋਂ ਤੱਕ ਸੱਦ ਰਹੇ ਹੋ? ਕਿਉਂਕਿ ਲਗਾਤਾਰ ਰਾਹੁਲ ਗਾਂਧੀ ਵੀ ਇਹ ਕਹਿ ਰਹੇ ਸੀ ਔਰ ਦੂਜੇ ਪਾਸੇ ਇੱਕ ਗੱਲ ਕਹੀ ਜਾ ਰਹੀ ਸੀ 2024 ਚ ਅਗਰ ਕਾਂਗਰਸ ਦੀ ਸਰਕਾਰ ਬਣਦੀ ਤਾਂ ਤਿੰਨੇ ਕਾਨੂੰਨ ਰੱਦ ਕੀਤੇ ਜਾਣਗੇ। 4 ਸਾਲ ਪਏ ਨੇ, ਲੇਕਿਨ ਸੈਸ਼ਨ ਪਹਿਲਾਂ ਕਦੋਂ ਤੱਕ ਸੱਦ? ਨਹੀਂ, ਮੈਂ ਤੁਹਾਨੂੰ ਕੋਈ ਟਾਈਮ ਨਹੀਂ ਦੱਸ ਸਕਦਾ। ਇਟ ਵਿਲ ਡਿਪੈਂਡ ਔਨ ਦ ਕੋਵਿਡ ਸਟਰਕਚਰ। ਮੈਂ ਚਾਹੁੰਦਾ ਕਿ ਪ੍ਰੋਪਰ ਬਹਿਸ ਹੋਵੇ ਅਸੈਂਬਲੀ 'ਚ, ਔਰ ਉਹ ਅਸੀਂ ਅਸੈਂਬਲੀ ਦੇ ਵਿੱਚ ਤਾਂ ਬਹਿ ਸਕਦੇ ਹਾਂ ਜਦੋਂ ਕੋਵਿਡ ਨਹੀਂ ਹੋਵੇਗਾ, ਤਾਂ ਅਸੀਂ ਸ਼ੋਲਡਰ ਟੂ ਸ਼ੋਲਡਰ ਜਾਂ ਥੋੜ੍ਹੀ ਜਿਹੀ ਸਪੇਸਿੰਗ ਕਰਕੇ ਅਸੀਂ ਬੈਠ ਸਕਦੇ ਹਾਂ। ਅੱਜ ਨਹੀਂ ਤੁਸੀਂ ਕਰ ਸਕਦੇ। ਅੱਜ ਤਾਂ ਇੱਕ ਬੰਦਾ ਕਿਤੇ ਉੱਥੇ ਵਿਜ਼ਿਟਰਸ ਗੈਲਰੀ 'ਚ ਬੈਠਾ ਹੁੰਦਾ, ਇੱਕ ਕਿਤੇ ਹੋਰ ਬੈਠਾ ਹੁੰਦਾ, ਔਰ ਉਹ ਵੀ ਅੱਧਾ ਪੰਜਾਬ। ਹਾਊ ਕੈਨ ਯੂ ਡੂ ਐਨੀ ਸਪੈਸ਼ਲ ਸੈਸ਼ਨ ਦੌਰਾਨ ਪੂਰੀ ਬਹਿਸ ਹੋਏਗੀ, ਪੂਰੀ ਗੱਲਬਾਤ ਹੋਏਗੀ? ਨਹੀਂ ਹੋਏਗੀ, ਔਰ ਮੈਂ ਦੇਖਾਂਗਾ। ਮੈਨੂੰ ਤਾਂ ਲੱਗਦਾ ਸਿਰਫ 2 ਬੰਦੇ ਨਹੀਂ ਕਰਨਗੇ, ਉਹ ਦੋਨੋਂ ਬੀਜੇਪੀ ਵਾਲੇ, ਬਾਕੀ ਤਾਂ ਸਾਰੇ ਇੱਕ ਪਾਸੇ ਖੜੇ ਨੇ ਇਸ ਵੇਲੇ। ਬਟ ਲੈਟ ਅਸ ਫਾਈਂਡ ਆਊਟ। ਇਹਨਾਂ ਨੂੰ ਕਰੋਨਾ ਨੂੰ ਅਜੇ ਸਮਾਂ ਲੱਗ ਸਕਦਾ, ਤਾਂ ਅੱਗੇ ਵੀ ਜਾ ਸਕਦਾ ਸਪੈਸ਼ਲ ਸੈਸ਼ਨ ਬੁਲਾਉਂਦੇ ਨੇ। ਕਿਹੜਾ ਕਰੋਨਾ ਨੂੰ? ਕਿਉਂਕਿ ਅਜੇ ਪਤਾ ਨਹੀਂ ਕਿੰਨਾ ਟਾਈਮ ਲੱਗਣਾ ਹੈ। ਮੇਰਾ ਫਸਟ ਅੱਜ ਜਿਹੜਾ ਡਿਊਟੀ ਹੈ ਪੰਜਾਬੀਆਂ ਦੀ ਜਾਨ ਬਚਾਉਣੀ, ਐਂਡ ਦੈਟ ਇਜ਼ ਕਰੋਨਾ। ਸਾਡੇ ਪੰਜਾਬੀਆਂ 'ਚ ਇੱਕ ਮਾੜੀ ਹਾਲਤ ਹੈ, ਉਹ ਜਦੋਂ ਕੋਈ ਥੋੜ੍ਹੀ ਬਹੁਤੀ ਖੰਘ ਹੁੰਦੀ ਹੈ ਜਾਂ ਕੋਈ ਪਿੱਠ ਦੁਖਣ ਲੱਗ ਜਾਂਦੀ ਹੈ, ਉਹ ਕਹਿੰਦੇ ਨਹੀਂ ਕੁਝ ਨਹੀਂ ਜੀ, ਆਬ ਹਵਾ ਖਰਾਬ ਹੈ ਜੀ, ਖਰਾਬ ਹੋ ਗਿਆ, ਸਭ ਠੀਕ ਹੋ ਜਾਣਗੇ ਅਸੀਂ। ਔਰ ਫਿਰ ਜਾਂਦੇ ਨੇ ਜਦ ਹਾਲਾਤ ਵਿਗੜ ਜਾਂਦੇ ਨੇ। ਮੇਰੀ ਅੱਜ ਕਰੋਨਾ ਇਜ਼ ਦ ਲੀਸਟ ਇਨ ਦੀ ਵਨ ਆਫ ਦੀ ਨੰਬਰ 18 ਆਈ ਥਿੰਕ ਕੰਟਰੀ ਦੇ ਵਿੱਚ ਅਸੀਂ ਬਿਲਕੁਲ ਥੱਲੇ ਹਾਂ ਅਸੀਂ, ਲੇਕਿਨ ਡੈਥ ਸਾਡੀਆਂ ਬੜੀ ਹਾਈ ਨੇ। ਵਾਈ? ਬਿਕੋਜ਼ ਜਦੋਂ ਪਹਿਲਾਂ ਇਹਨਾਂ ਨੂੰ ਬਿਮਾਰੀ ਲੱਗਦੀ ਹੈ ਡਾਕਟਰ ਕੋਲ ਨਹੀਂ ਜਾਂਦੇ, ਫਿਰ ਜਾਂਦੇ ਨੇ ਜਦ ਲੈਵਲ 2 ਜਾਂ ਲੈਵਲ 3 ਆਉਂਦਾ, ਉਦੋਂ ਤਾਂ ਇਟਸ ਟੂ ਲੇਟ। ਦੈਟ ਇਜ਼ ਵਾਈ ਸਾਡਾ ਡੈਥ ਲੈਵਲ ਇਜ਼ ਹਾਈ। ਲੇਕਿਨ ਸੀ ਅਸਮ ਚਿੰਤਾ ਤਾਂ ਇਹ ਵੀ ਵਧਾ ਰਹੀ ਨਾ ਕਿ ਲਗਾਤਾਰ ਤਮਾਮ ਸਿਆਸੀ ਪਾਰਟੀਆਂ, ਤਮਾਮ ਕਿਸਾਨ ਜਥੇਬੰਦੀਆਂ ਉਹ ਤਾਂ ਇਕੱਠ ਕਰ ਰਹੀਆਂ ਨੇ, ਅਸੀਂ ਲਗਾਤਾਰ ਕਵਰ ਕਰ ਰਹੇ ਹਾਂ, ਮਾਸਕ ਵੀ ਨਹੀਂ ਲਗਾਏ ਹੋਏ ਉਹਨਾਂ ਨੇ, ਸੋਸ਼ਲ ਡਿਸਟੈਂਸ ਦਾ। ਮੈਂ ਤਾਂ ਹੁਣ 3 ਦਿਨਾਂ ਤੋਂ ਦੇਖ ਰਿਹਾ, ਇਹੀ ਤਾਂ ਮੈਂ ਤੁਹਾਨੂੰ ਦੱਸਿਆ। ਪੰਜਾਬੀਆਂ ਦੀ ਜਿਹੜੀ ਗੱਲ ਹੈ, ਉਹ ਕਹਿੰਦੇ ਨੇ ਕੁਝ ਨਹੀਂ ਜੀ, ਕੁਝ ਨਹੀਂ ਜੀ, ਠੰਡ ਜੀ ਲੱਗ ਗਈ, ਬਸ ਠੀਕ ਹੈ ਸਭ ਕੁਝ। ਅੱਧੇ ਸਾਰੇ ਜਿਹੜੇ ਜਿੱਥੇ ਅਸੀਂ ਬੋਲੇ ਹੈ ਸਾਹਮਣੇ, ਅੱਧਿਆਂ ਨੇ ਤਾਂ ਮਾਸਕ ਨਹੀਂ ਪਾਏ ਵੈਸੇ। ਇੱਕ ਕਿਉਂਕਿ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਵੀ ਸਵਾਲ ਹੈ, ਲਗਾਤਾਰ ਹਰੀਸ਼ ਰਾਵਤ ਕਹਿ ਰਹੇ ਕਿ ਨਵੀਂ ਜ਼ਿੰਮੇਵਾਰੀ ਮਿਲ ਸਕਦੀ ਸਿੱਧੂ ਹੋਰਾਂ ਨੂੰ, ਕਿ ਕੈਬਨਿਟ ਦੇ ਵਿੱਚ ਵਾਪਸੀ ਕਰਾਈ ਜਾਏਗੀ? ਕਿਉਂਕਿ ਪਾਵਰ ਮਹਿਕਮਾ ਵੀ ਤੁਹਾਡੇ ਕੋਲ ਹੀ ਹੈ, ਤੁਸੀਂ ਲਗਾਤਾਰ ਕਹਿੰਦੇ ਰਹੇ ਹੋ ਕਿ ਪਾਵਰ ਮਹਿਕਮਾ ਲੈਣਾ ਤਾਂ ਲੈ ਲਓ। ਕੋਈ ਕਹਿ ਰਿਹਾ ਕਿ ਡਿਪਟੀ ਸੀਐਮ, ਕੋਈ ਕਹਿ ਰਿਹਾ ਪ੍ਰਧਾਨਗੀ। ਕੋਈ ਜੋ ਮਰਜ਼ੀ ਕਹੀ ਜਾਣ, ਤੇ ਫਾਈਨਲ ਡਿਸੀਜਨ ਤਾਂ ਹੋਏਗਾ ਕਾਂਗਰਸ ਪ੍ਰੈਜ਼ੀਡੈਂਟ ਦਾ। ਇਟ ਇਜ਼ ਨਥਿੰਗ ਟੂ ਡੂ ਵਿਦ ਇੱਥੇ ਤਾਂ ਸਾਰੇ ਆਪਣੀਆਂ ਗੱਲਾਂ ਕਹੀ ਜਾਂਦੇ ਨੇ, ਇਹ ਬਟ ਜਦੋਂ ਫੈਸਲਾ ਹੋਊਗਾ ਇਟ ਵਿਲ ਬੀ ਐਟ ਦ ਕਾਂਗਰਸ ਪ੍ਰੈਜ਼ੀਡੈਂਟ ਦਾ। ਕੈਬਨਿਟ 'ਚ ਵਾਪਸੀ ਹੋ ਸਕਦੀ, ਪਾਵਰ ਮਹਿਕਮਾ ਤੁਹਾਡੇ ਕੋਲ ਹੀ ਹੈ। ਮੈਂ ਤਾਂ ਪਹਿਲਾਂ ਹੀ ਉਹਨੂੰ ਕਿਹਾ, ਅਗਰ ਚਾਹੀਦਾ ਪਾਵਰ ਮਹਿਕਮਾ ਇਜ਼ ਵੈਲਕਮ ਟੂ ਹੈਵ। ਇਸੇ ਕਰਕੇ ਆਈ ਹੈਡ ਸੈਂਟ ਹਿਮ ਦੇਅਰ ਕਿ ਉਹ ਜਦੋਂ ਮੈਂ ਬਦਲਿਆ ਸੀ ਉਹਨੂੰ ਫਰੋਮ ਲੋਕਲ ਸੈਲਫ ਗਵਰਨਮੈਂਟ, ਆਈ ਬਰੌਟ ਹਿਮ ਇਨ ਐਂਡ ਮੈਂ ਕਿਹਾ ਸੀ ਆਈ ਗਿਵ ਹਿਮ ਪਾਵਰ। ਨਹੀਂ ਉਹਨੇ ਲੈਣਾ ਪਾਵਰ, ਤਾਂ ਮੈਂ ਕਿਹਾ ਨਾ ਲੈ, ਫਿਰ ਛੱਡ ਗਿਆ। ਬਟ ਦੈਟ ਇਜ਼ ਓਪਨ, ਅੱਜ ਮੇਰੇ ਕੋਲ ਹੈ, ਆਈ ਕੈਨ ਹੈਵ ਇਟ। ਲੇਕਿਨ ਪ੍ਰਧਾਨਗੀ ਦੀਆਂ ਜੋ ਚਰਚਾਵਾਂ ਨੇ, ਜੋ ਲਗਾਤਾਰ ਕਿਹਾ ਜਾ ਰਿਹਾ, ਕੋਈ ਮੈਂ ਨਹੀਂ ਸੁਣੀ ਗੱਲ, ਨੰਬਰ 1। ਨੰਬਰ 2, ਪ੍ਰਧਾਨਗੀ ਜਿਹੜਾ 3 ਸਾਲ ਪਹਿਲਾਂ ਕਾਂਗਰਸ 'ਚ ਆਇਆ ਹੈ, ਹੀ ਕੈਨ ਨਾਟ ਬਿਕਮ ਪ੍ਰੈਜ਼ੀਡੈਂਟ ਆਫ ਦੀ ਕਾਂਗਰਸ ਪਾਰਟੀ। ਸਾਡੇ ਤਾਂ ਉਰੇ ਜੰਮੇ ਨੇ ਇਸ ਪਾਰਟੀ 'ਚ। ਸੁਖਜਿੰਦਰ ਰੰਧਾਵਾ ਦੇ ਵਿੱਚ ਜੰਮੇ ਹੈ, ਤ੍ਰਿਪਤ ਬਾਜਵਾ NSUI ਦੇ ਮੈਂਬਰ ਸਾਰੇ, ਆਪਣੇ ਮਨੀਸ਼ ਤਿਵਾੜੀ ਜੀ NSUI ਦੇ ਮੈਂਬਰ, ਸਾਰੀ ਉਮਰ ਤਾਂ ਇਹਨਾਂ ਨੇ ਕਾਂਗਰਸ ਚਲਾਤੀ। ਵਾਈ ਸ਼ੁੱਡ ਸਮਬਡੀ ਵਿਦ 3 year ਸਰਵਿਸ ਕਮ ਐਂਡ ਉਹਨਾਂ ਦੇ ਉੱਪਰ ਜਾ ਕੇ ਬਹਿ ਜਾਵੇ? ਮੈਂ ਇਹਦੇ ਹੱਕ 'ਚ ਨਹੀਂ। ਸੀਐਮ ਸਾਹਿਬ, ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕਰੋਨਾ ਨੂੰ ਲੈ ਕੇ, ਔਰ ਜੋ ਲਗਾਤਾਰ ਰੇਲਾਂ ਤੇ ਵੀ ਪਟੜੀਆਂ ਤੇ ਕਿਸਾਨ? ਇਹ ਕਿਸਾਨ ਗਲਤ ਕਰ ਰਹੇ ਨੇ, ਔਰ ਕਿਸਾਨਾਂ ਨੂੰ ਭੁਗਤਣਾ ਪਊ। ਮੈਂ ਤੁਹਾਨੂੰ ਅੱਜ ਦੱਸ ਦਿੰਦਾ, ਅੱਜ ਤੁਹਾਡੀ ਜਿਹੜੀ ਫਰਟੀਲਾਈਜ਼ਰ ਨਹੀਂ ਆ ਰਿਹਾ, ਬਿਕੋਜ਼ ਟ੍ਰੇਨਾਂ ਨਹੀਂ ਆ ਰਹੀਆਂ। ਆਲੂ ਦੀ ਫਸਲ, ਮੈਂ ਹੁਣ ਹੁਸ਼ਿਆਰਪੁਰ ਗਿਆ ਸੀ, ਸਾਰੀ ਆਲੂ ਦੀ ਫਸਲ ਲੱਗਣ ਲੱਗ ਗਈ। ਉਹ ਵਿਦਾਊਟ ਫਰਟੀਲਾਈਜ਼ਰ ਕੈਸੇ ਲੱਗਣਗੇ? ਫਿਰ ਕਣਕ ਥੋੜੀ ਸ਼ੁਰੂ ਹੋ ਜਾਣੀ ਹੈ ਥੋੜੀ ਦੇਰ 'ਚ। ਫਰਟੀਲਾਈਜ਼ਰ ਵਗੈਰਾ ਕੈਸੇ ਆਪਾਂ ਕਣਕ ਲਾਵਾਂਗੇ? ਔਰ ਤੁਸੀਂ ਟ੍ਰੇਨਾਂ ਆਉਣ ਨਹੀਂ ਦਿੰਦੇ। ਦੂਸਰੇ, ਤੁਸੀਂ ਜਿਹੜੀ ਬਾਹਰ ਹੋ ਇੱਥੇ ਆਪਣੇ ਗੋਡਾਊਨ ਖਾਲੀ ਕਰਨੇ ਨੇ ਅਸੀਂ, ਔਰ ਆਪਣੇ ਨਵੀਂ ਫਸਲ ਉੱਥੇ ਰੱਖਣੀ ਹੈ, ਉਹ ਬਾਹਰ ਨਹੀਂ ਨਿਕਲਣੀ। ਫਿਰ ਆਪਾਂ ਕਣਕ ਝੋਨਾ ਕਿੱਥੇ ਰੱਖਾਂਗੇ? ਉਹ ਇਹ ਤਾਂ ਸੋਚਿਆ ਕਰਨੇ। ਔਰ ਇੱਥੇ ਤੁਸੀਂ ਕਾਨੂੰਨੀ ਵਿਵਸਥਾ ਖਰਾਬ ਕਰ ਰਹੇ ਹੋ, ਇੱਥੇ ਟੋਲ ਕੈਂਪ ਬੈਰੀਅਰ ਤੁਸੀਂ ਬੰਦ ਕਰ ਰਹੇ ਹੋ, ਕਿਸੇ ਪੈਟਰੋਲ ਪੰਪ 'ਤੇ ਭੇਜੋ। ਅਗਰ ਪੈਟਰੋਲ ਪੰਪ, ਉਹਨਾਂ ਦਾ ਵੀ ਪੈਟਰੋਲ ਬਾਹਰੋਂ ਹੀ ਆਉਂਦਾ ਨਾ, ਅਗਰ ਉਹਨਾਂ ਪੈਟਰੋਲ ਪੰਪ ਖਾਲੀ ਹੋ ਜਾਣ, ਫਿਰ ਤੁਸੀਂ ਆਪਣੇ ਟਰੈਕਟਰ ਕੈਸੇ ਚਲਾਓਗੇ, ਫਸਲ ਕੈਸੇ ਕੱਢੋਗੇ, ਤਾਂ ਵਾਹੀ ਕੈਸੇ ਕਰੋਗੇ? ਇਹ ਤਾਂ ਸੋਚ ਲਿਆ ਕਰਨ। ਅਪੀਲ ਕਰ ਰਹੇ ਹੋ ਕਿ ਟ੍ਰੇਨਾਂ ਤੋਂ, ਪਟੜੀਆਂ ਤੋਂ ਉੱਠ ਜਾਣ, ਟੋਲ ਪਲਾਜ਼ਾ ਤੋਂ ਉੱਠ ਜਾਣ, ਬਾਕੀ ਥਾਵਾਂ ਤੇ ਧਰਨੇ ਭਾਵੇਂ ਜਾਰੀ ਰਹਿਣ? ਨਹੀਂ, ਧਰਨੇ ਤਾਂ ਦੇ ਕੈਨ ਡੂ ਐਨੀ। ਧਰਨਾ ਇਜ਼ ਆ ਡੈਮੋਕ੍ਰੈਟਿਕ ਰਾਈਟ। ਮੇਰਾ ਡੈਮੋਕ੍ਰੈਟਿਕ ਰਾਈਟ ਹੈ, ਉਹਨਾਂ ਦਾ ਡੈਮੋਕ੍ਰੈਟਿਕ ਰਾਈਟ ਹੈ, ਕਿਸੇ ਪਾਰਟੀ ਦਾ ਡੈਮੋਕ੍ਰੈਟਿਕ ਰਾਈਟ ਹੈ ਕਿ ਅਸੀਂ ਦੋ ਧਰਨੇ ਕਰਨੇ ਆ, ਬਟ ਨਾਟ ਐਟ ਦੀ ਐਕਸਪੈਂਸ। ਉਹ ਤਾਂ ਆਪਣੇ ਪੈਰ 'ਤੇ ਕੁਲਾੜੀ ਮਾਰ ਰਹੇ ਨੇ, ਉਹਦੇ 'ਚ ਲੌਜਿਕ ਕਿਆ ਹੈ ਦੱਸੋ ਮੈਨੂੰ?
ਜਦੋਂ ਤੁਸੀਂ ਆਪਣੇ ਆਪ ਨੂੰ ਹੀ ਤੁਸੀਂ ਖਰਾਬ ਕਰ ਰਹੇ ਹੋ ਇਹਦੇ ਨਾਲ, ਤਾਂ ਤੁਹਾਨੂੰ ਇਹਦਾ ਲੌਜਿਕ ਕੀ ਹੈ? ਪਹਿਲਾਂ ਵੀ ਜਦ ਸੜਕਾਂ ਬੰਦ ਕਰਤੀਆਂ, ਮੈਂ ਉਹਨਾਂ ਨੂੰ ਦੱਸਿਆ ਸੀ ਝਗੜਾ ਤੁਹਾਡੇ ਦਿੱਲੀ ਦੇ ਸਰਕਾਰ ਨੇ, ਔਰ ਤੁਸੀਂ ਮੈਂ ਇੱਥੇ ਪੰਜਾਬ ਦੇ ਵਿੱਚ ਤੁਸੀਂ ਸੜਕਾਂ ਬੰਦ ਕਰ ਰਹੇ ਹੋ। ਵਾਟ ਇਜ਼ ਦ ਲੌਜਿਕ? ਅਕਾਲੀ ਦਲ ਤਾਂ ਕਹਿ ਰਿਹਾ ਕਿ ਰਾਹੁਲ ਗਾਂਧੀ ਦਿੱਲੀ ਧਰਨਾ ਦੇਣ, ਇੱਥੇ ਆ ਕੇ ਕੀ ਕਰ ਰਹੇ ਨੇ ਉਹ ਇਸ ਤਰੀਕੇ ਦੀ ਇਹ ਤਾਂ ਸਾਰੇ ਹਿੰਦੁਸਤਾਨ 'ਚ ਜਾਣਗੇ। ਅਕਾਲੀ ਦਲ ਨੂੰ ਕੀ ਚੁੱਭਦੀ ਹੈ, ਪਤਾ ਨਹੀਂ ਉਹਨੂੰ ਕੀ ਚੁੱਭੀ ਜਾਂਦੀ ਹੈ। ਸੀ ਸਟਾਰਟਡ ਫਰਮ ਹੇਅਰ, ਅੱਜ ਹਰਿਆਣੇ ਗਏ ਨੇ, ਫਿਰ ਹੋਰ ਸਟੇਟਾਂ ਜਾਣਗੇ। 65% ਹਿੰਦੁਸਤਾਨ ਦੀ ਆਬਾਦੀ ਪਿੰਡਾਂ 'ਚ ਰਹਿੰਦੀ ਹੈ, ਔਰ ਜਿੱਥੇ ਪਿੰਡਾਂ 'ਚ ਰਹਿੰਦੀ ਹੈ ਉੱਥੇ ਖੇਤੀ ਹੁੰਦੀ ਹੈ, ਔਰ ਉੱਥੇ ਜਾਣਗੇ। ਤੁਸੀਂ ਅਗਵਾਈ ਕਰੋਗੇ ਸਾਰਿਆਂ ਨੂੰ ਇਕੱਠੇ ਲੈ ਕੇ, ਕਿਸਾਨਾਂ ਨੂੰ ਨਾਲ ਲੈ ਕੇ, ਅਕਾਲੀ ਦਲ ਨੂੰ ਨਾਲ ਲੈ ਕੇ, ਆਮ ਆਦਮੀ ਪਾਰਟੀ ਨੂੰ ਨਾਲ ਲੈ ਕੇ, ਕਿ ਕੇਂਦਰ ਸਰਕਾਰ ਕੋਲ ਜਾਇਆ ਜਾਵੇ, ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਜਾਵੇ? ਪਹਿਲਾਂ ਅਸੈਂਬਲੀ 'ਚ ਹੋਵਾਂਗਾ, ਫਿਰ ਉੱਥੇ ਦੇਖਾਂਗੇ ਕਿ ਕੀ ਉੱਥੇ ਹੋਣਾ ਹੈ, ਕੈਸੇ ਹੋਣਾ ਹੈ, ਕੀ ਕਰਨਾ ਹੈ। ਉੱਥੇ ਬਹਿਸ ਹੋ ਕੇ ਉੱਥੋਂ ਡਿਸਕਸ਼ਨ ਕਰਨੀ ਹੈ। ਆਫ ਦੀ ਰਿਕਾਰਡ ਮੈਂ ਹੁਣ ਤੁਹਾਨੂੰ ਉਹੀ ਕੋਈ ਦੱਸਣ ਲੱਗਾ, ਇਹ ਆਈ ਕਾਂਟ ਡੂ ਦੈਟ ਵਿਲ ਹੈਵ ਟੂ ਬੀ ਫਾਈਨਲ ਸੋਲੂਸ਼ਨ, ਤਾਂ ਉੱਥੇ ਹੀ ਹੋਏਗਾ ਅਸੈਂਬਲੀ 'ਚ ਫਾਈਨਲ ਫੈਸਲਾ ਸਾਡਾ। ਨਿਊਜ਼ 18 ਨਾਲ ਗੱਲਬਾਤ ਕਰਨ ਲਈ ਧੰਨਵਾਦ। ਤਾਂ ਕੈਪਟਨ ਅਮਰਿੰਦਰ ਸਿੰਘ ਖੁੱਲ੍ਹ ਕੇ ਕਿਸਾਨੀ ਦੇ ਮਸਲੇ ਤੇ ਖੁੱਲ੍ਹ ਕੇ ਹਰ ਸਵਾਲ ਦਾ ਜਵਾਬ ਜਿਹੜਾ ਹੈ ਉਹ ਦਿੱਤਾ। ਕੈਮਰਾਮੈਨ ਸੰਦੀਪ ਦੇ ਨਾਲ ਪੰਕਜ ਪਾਈ, ਨਿਊਜ਼ 18 ਪਟਿਆਲਾ।